ब्रेक तो बाद एक बार फिर तो ਤੁਹਾਡਾ ਸਵਾਗਤ ਹੈ। ਅੱਜ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਚਰਚਾ ਕਰ ਰਹੇ ਹਾਂ ਜਥੇਦਾਰ ਸਾਹਿਬ ਦੇ ਬਿਆਨ ਦੇ ਉੱਤੇ ਜੋ ਅਕਾਲੀ ਦਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਅਕਾਲੀ ਦਲ ਧਰਮ ਦੇ ਉੱਤੇ ਧਰਮ ਪ੍ਰਚਾਰ ਦੇ ਉੱਤੇ ਫੋਕਸ ਕਰੇ, ਸੱਤਾ ਦੇ ਉੱਤੇ ਨਹੀਂ ਤੇ ਨਾਲ ਹੀ ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਉੱਤੇ ਵੀ ਨਿਸ਼ਾਨੇ ਸਾਧੇ ਨੇ। ਮੈਂ ਇਸ ਸੈਗਮੈਂਟ ਦੀ ਇੱਕ ਵਾਰ ਫਿਰ ਤੋਂ ਸ਼ੁਰੂਆਤ ਕਰਦਾ। ਮਹਿਮਾਨ ਸਾਡੇ ਨਾਲ ਲਗਾਤਾਰ ਬਣੇ ਹੋਏ ਨੇ। ਚਰਨਜੀਤ ਬਰਾੜ ਜੀ, ਦੁਬਾਰਾ ਇਸ ਸੈਗਮੈਂਟ ਦੀ ਸ਼ੁਰੂਆਤ ਮੈਂ ਤੁਹਾਡੇ ਤੋਂ ਕਰਨ ਜਾ ਰਿਹਾ ਹਾਂ। ਦੇਖੋ, ਬ੍ਰੇਕ ਤੋਂ ਪਹਿਲਾਂ ਜੋ ਜ਼ਿਕਰ ਪਰਮਜੀਤ ਜੀ ਕਰ ਰਹੇ ਸੀ, ਹੁਣ ਸਵਾਲ ਇਹ ਹੈ ਕਿ ਢਿੱਲ ਮਿੱਠ ਦਾ ਜ਼ਿਕਰ ਹੋ ਰਿਹਾ ਕਿ ਢਿੱਲ ਮੱਠ ਕਿਤੇ ਨਾ ਕਿਤੇ ਹੋਈ ਹੈ। ਭਾਈ ਮਨਜੀਤ ਜੀ ਨੇ ਵੀ ਜ਼ਿਕਰ ਉਸਦਾ ਕੀਤਾ ਹੈ ਤਾਂ ਕਿ ਉਸਦਾ ਨਤੀਜਾ ਹੈ ਕਿ ਡੀਐਸਜੀਐਮਸੀ ਤੇ ਐਚਐਸਜੀਪੀਸੀ ਅਕਾਲੀ ਦਲ ਦੇ ਹੱਥੋਂ ਨਿਕਲ ਗਈਆਂ, ਚਲੀਆਂ ਗਈਆਂ, ਕਿ ਉਸਦਾ ਨਤੀਜਾ ਹੈ ਕਿ ਅਕਾਲੀ ਦਲ ਸੱਤਾ ਤੋਂ ਦੂਰ ਹੋ ਗਿਆ। ਤੇ ਜੇ ਢਿੱਲ ਮੱਠ ਕਹੀਏ ਤਾਂ ਫਿਰ ਤਾਂ ਬਹੁਤ ਵੱਡਾ ਢਿੱਲ ਮੱਠ ਜਾਂ ਬਹੁਤ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਦੇ ਵਿੱਚ ਚੀਜ਼ਾਂ ਵਾਪਰੀਆਂ, ਖਾਸ ਤੌਰ ਤੇ ਅਕਾਲੀ ਦਲ ਦੇ ਲਈ, ਖਾਸ ਤੌਰ ਤੇ ਸਿਆਸੀ ਜ਼ਮੀਨ ਨੂੰ ਲੈ ਕੇ। सौरभ जी, सब तो पहला तो मैं बेनती करूंगा कि ਜਿਹੜੇ ਨੁਮਾਇੰਦੇ ਬੁਲਾਉਣੇ ਉਹਨਾਂ ਨੂੰ ਭਾਸ਼ਾ ਕਿਰਪਾ ਕਰਕੇ ਠੀਕ ਰੱਖਿਆ ਕਰਨ। ਪਰਮਜੀਤ ਸਿੰਘ ਸਹੌਲੀ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਬਾਦਲ ਸਾਹਿਬ 94-95 ਸਾਲ ਦੇ ਬਜ਼ੁਰਗ ਨੇ ਔਰ ਸਰਦਾਰ ਸੁਖਬੀਰ ਸਿੰਘ ਬਾਦਲ 100 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਹੈ। ਤੁਸੀਂ ਤਾਂ ਘਰੇ ਬਣਾਏ ਆਪਦੇ ਅਕਾਲੀ ਦਲ ਦੇ ਪ੍ਰਧਾਨ ਨੂੰ, ਇਸ ਕਰਕੇ ਕਿਰਪਾ ਕਰਕੇ ਆਪਦੀ ਭਾਸ਼ਾ ਠੀਕ ਰੱਖਿਆ ਕਰੋ। ਅਸੀਂ ਚੰਗੇ ਲੱਗਦੇ ਆ, ਨਹੀਂ ਚੰਗੇ ਲੱਗਦੇ, ਸਾਨੂੰ ਕੋਈ ਮਹਿਣਾ ਨਹੀਂ ਰੱਖਦਾ, ਪਰ ਜਦੋਂ ਪਬਲਿਕ ਪਲੇਟਫਾਰਮ ਤੇ ਘੱਟੋ ਘੱਟ ਭਾਸ਼ਾ ਠੀਕ ਰੱਖਣੀ ਚਾਹੀਦੀ ਹੈ। ਇੱਕ ਗੱਲ। ਦੂਸਰੀ ਗੱਲ ਮੈਂ ਬੇਨਤੀ ਕਰਦਿਆਂ ਕਿ ਤੁਹਾਡੇ ਹੀ ਸਕੇ ਭਰਾ ਡੀਆਈਜੀ ਖਟੜਾ ਸਾਹਿਬ ਉਹ ਸਿੱਟ ਦੇ ਮੋਗੇ ਦੇ ਵਿੱਚ ਚੇਅਰਮੈਨ ਸੀਗੇ ਤੇ ਜੇ ਕੋਈ ਕਮੀ ਪੇਸ਼ੀ ਰਹਿ ਗਈ ਸੀ ਉਹਨਾਂ ਨੂੰ ਕਹਿ ਕੇ ਕੱਢ ਲੈਣੀ ਸੀ। ਇੱਕ ਗੱਲ। ਦੂਜੀ ਮੈਂ ਬੇਨਤੀ ਕਰਦਿਆਂ ਕਿ ਤੁਹਾਡੇ ਪਿੰਡ ਤੋਂ ਕਲਿਆਣ ਪਿੰਡ ਪਟਿਆਲੇ ਦੇ ਵਿੱਚ ਬਹੁਤਾ ਦੂਰ ਨਹੀਂ, ਕਾਂਗਰਸ ਪਾਰਟੀ ਦੀ ਸਰਕਾਰ ਵੇਲੇ 125 ਬੇਅਦਬੀਆਂ ਹੋਈਆਂ ਤੇ ਕਲਿਆਣ ਪਿੰਡ ਤੋਂ ਜਿਹੜਾ ਸਾਡਾ ਸਫਰੀ ਬੀੜ ਸੀ, ਹੱਥ ਲਿਖਤ ਯਾਦਗਾਰੀ ਬੀੜ, ਉਹ ਅੱਜ ਤੱਕ ਨਹੀਂ ਥਈ। ਮੈਂ ਤਾਂ ਵੇਖਿਆ ਨਹੀਂ ਕਿਤੇ ਤੁਸੀਂ ਮੋਰਚਾ ਲਾਈ ਬੈਠੇ ਹੋ। ਔਰ ਅੱਜ ਦੀ ਸਰਕਾਰ ਦੇ ਵਿੱਚ ਵੀ ਦਰਜਨਾਂ ਬੇਅਦਬੀਆਂ ਹੋ ਚੁੱਕੀਆਂ। ਬੇਅਦਬੀ ਸਾਡੀ ਸਰਕਾਰ ਦੇ ਦੌਰਾਨ ਹੋਈ, ਕਾਂਗਰਸ ਨੇ ਵੀ ਭੰਡਿਆ ਤੇ ਤੁਹਾਡੇ ਵਰਗੇ ਅਖੌਤੀ ਸਿੱਖਾਂ ਨੇ ਵੀ ਭੰਨਿਆ ਜਿਹੜਾ ਕਿ ਪਾਰਟੀ ਵਿਰੋਧੀ ਕਰਕੇ ਬੋਲਦੇ ਹੋ। ਕਾਂਗਰਸ ਵੇਲੇ ਦੀ ਬਣਾਈ ਹੋਈ ਸਿੱਟ ਨੇ ਤੇ ਚਲਾਨ ਪੇਸ਼ ਕੀਤਾ ਆਮ ਆਦਮੀ ਪਾਰਟੀ ਨੇ, ਕਿਤੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਨਹੀਂ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ, ਇੱਥੇ ਬੈਠ ਕੇ ਬੋਲ ਸਕਦੇ ਹੋ? ਇਸ ਕਰਕੇ ਮੇਰੀ ਬੇਨਤੀ ਹੈ ਕਿ ਜਾਤੀ ਵਿਰੋਧਤਾ ਵੱਖਰੀ ਹੋ ਸਕਦੀ ਹੈ ਤੇ ਜਿੱਥੇ ਨਾ ਤੁਸੀਂ 50-60 ਲੱਖ ਵੋਟਾਂ ਦੁਆਰਾ ਚੁਣੀ ਹੋਈ ਸ਼੍ਰੋਮਣੀ ਕਮੇਟੀ ਨੂੰ ਠੀਕ ਮੰਨਦੇ ਹੋ, ਨਾ ਮਾਨਯੋਗ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਮੰਨਦੇ ਹੋ, ਤੇ ਚਲੋ ਅਸੀਂ ਤਾਂ ਵਿਰੋਧੀ ਪਾਰਟੀ 'ਚ ਮੰਨਣਾ ਹੀ ਕੀ ਹੈ। ਇਸ ਕਰਕੇ ਇਕੱਲੇ ਵਿਰੋਧ ਦੇ ਲਈ ਵਿਰੋਧ ਨਾ ਕਰੋ। ਜਥੇਦਾਰ ਸਾਹਿਬ ਦਾ ਬਿਆਨ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੈ, ਸਾਡੇ ਲਈ ਇਲਾਹੀ ਹੁਕਮ ਹੈ, ਅਸੀਂ ਕਰਾਂਗੇ। ਔਰ ਮੈਂ ਗੌਰਵ ਜੀ ਤੁਹਾਨੂੰ ਬੇਨਤੀ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਬੜੇ ਉਤਰਾਅ ਚੜ੍ਹਾਏ ਆ, ਕਦੇ ਕਮਜ਼ੋਰੀਆਂ ਆਈਆਂ, ਕਦੇ ਤਕੜੇ ਹੋਏ। ਪਿਛਲੇ 25 ਸਾਲਾਂ 'ਚ 15 ਸਾਲ ਰਾਜ ਭਾਗ ਰਿਹਾ ਤੇ ਕੋਈ ਗੱਲ ਨਹੀਂ ਜੇ ਇਸ ਵਾਰੀ ਨਹੀਂ ਬਣਿਆ, ਪਰਮਾਤਮਾ ਮਿਹਰ ਕਰੇ, ਇਹ ਆਉਣੀ ਜਾਣੀ ਚੀਜ਼ ਹੈ। ਪਰ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਆਪਦੇ ਕਦੇ ਸਿਧਾਂਤ ਤੋਂ ਥੜਕਿਆ ਤੇ ਨਾ ਕਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੋਂ ਥੜਕਿਆ, ਔਰ ਅੱਗੇ ਵੀ ਇਸੇ ਤਰ੍ਹਾਂ ਕਰਦਾ ਰਹੇਗਾ। ਇਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਕਿੰਨੀ ਵੱਡੀ ਬੇਅਦਬੀ ਹੋਈ, ਕਿਸੇ ਸਰਕਾਰ ਨੂੰ ਕੋਈ ਪੁੱਛਦਾ? ਨਾ ਪਿਛਲੀ ਨੂੰ ਕੋਈ ਪੁੱਛਦਾ, ਨਾ ਅੱਜ ਵਾਲੀ ਨੂੰ ਪੁੱਛਦਾ। ਕੱਲਾ ਤੇ ਕੱਲਾ ਮੈਂ ਕਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਾਣ ਬੁੱਝ ਕੇ ਇੱਕ ਅਖੌਤੀ ਪੰਥਕਾਂ ਦੇ ਨਾਂ ਤੇ, ਅਖੌਤੀ ਸਿੱਖਾਂ ਦੇ ਨਾਂ ਤੇ ਇਕੱਠੇ ਹੋ ਕੇ ਕੱਲੇ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰਨਾ ਹੈ। ਮੇਰੀ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਜਥੇਦਾਰ ਸਾਹਿਬ ਦੇ ਬਿਆਨ ਨੂੰ ਸਾਰਿਆਂ ਨੂੰ ਸਵਾਗਤਯੋਗ ਹੈ, ਕਿਸੇ ਨੂੰ ਵੀ ਕੋਈ, ਮੇਰਾ ਖਿਆਲ ਹੈ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ। ਤੇ ਇਸ ਗੱਲ ਦੇ ਵਿੱਚ ਕਾਹਦਾ ਕਿੰਤੂ ਪਰੰਤੂ ਹੈ? ਕਦੇ ਕੋਈ ਗੱਲ ਫੜ ਲੈਂਦੇ ਆ, ਕਦੇ ਕੋਈ ਗੱਲ ਫੜ ਲੈਂਦੇ ਆ। ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ, ਠੀਕ ਹੈ ਤੁਹਾਡਾ ਪੁਆਇੰਟ। ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਿਛਲੇ 25 ਸਾਲ ਦੇ ਵਿੱਚ ਅਕਾਲੀ ਦਲ ਨੇ 15 ਸਾਲ ਰਾਜ ਕੀਤਾ ਜਾਂ 15 ਸਾਲ ਸੱਤਾ ਹੰਢਾਈ ਹੈ, ਤਾਂ ਇਸੇ ਕਰਕੇ ਚਰਚਾ ਵੀ ਅੱਜ ਇਸੇ ਕਰਕੇ ਜ਼ਿਕਰ ਹੈ। ਹਰਜੀਤ ਗਰੇਵਾਲ ਜੀ ਤਾਂ ਹੀ ਕਹਿ ਰਹੇ ਕਿ ਜੇ ਅਕਾਲੀ ਦਲ ਦੇ ਕੋਲ ਸੀਟਾਂ ਘਟ ਗਈਆਂ ਤਾਂ ਉਹ ਚੰਗੀ ਗੱਲ ਨਹੀਂ ਹੋਈ। ਇਸ ਕਰਕੇ ਬਰਾੜ ਸਾਹਿਬ ਅੱਜ ਗੱਲ ਵੀ ਹੋ ਰਹੀ, ਅੱਜ ਚਰਚਾ ਵੀ ਕਰਨ ਦੀ ਜ਼ਰੂਰਤ ਪੈ ਰਹੀ ਹੈ, ਜਾਂ ਜਥੇਦਾਰ ਸਾਹਿਬ ਨੂੰ ਵੀ ਉਹ ਜ਼ਿਕਰ ਕਰਨਾ ਪੈ ਰਿਹਾ ਹੈ। ਪਰਮਜੀਤ ਜੀ, ਮੈਂ ਫੇਰ ਜਾਤੀ ਵਿਰੋਧ ਦੇ ਉੱਤੇ ਉਤਰੇ ਹੋਏ ਹੋ, ਅਕਾਲੀ ਦਲ ਨੂੰ ਇਹ ਲੱਗ ਰਿਹਾ, ਅਕਾਲੀ ਦਲ ਦੇ ਨੁਮਾਇੰਦੇ ਨੂੰ ਇਹ ਲੱਗਦਾ ਇਹ ਜਿਹੜੀਆਂ ਇਲੈਕਸ਼ਨ ਹੈ ਆਉਣੀ ਜਾਣੀ ਚੀਜ਼ ਹੈ ਔਰ ਸੱਤਾ ਆਉਣੀ ਜਾਣੀ ਚੀਜ਼ ਹੈ। ਮੈਂ ਇਸ ਕਰਕੇ ਜੋ ਕੰਮ ਕਰਦੇ ਰਹੇਗਾ ਜੋ ਹਿੱਸਾ ਲੈਣਾ ਹੈ ਨਾ ਮੈਂ ਉਹ ਤੁਹਾਡੇ ਨਾਲ ਸਹਿਮਤ ਹਾਂ, ਉਸ ਦੇ ਵਿੱਚ ਕੋਈ ਦਿੱਕਤ ਨਹੀਂ। ਸਾਡੀ ਇਲੈਕਸ਼ਨ ਹੈ, ਕੋਈ ਜਿੱਤ ਹਾਰ ਤਾਂ ਹੁੰਦੀ ਹੈ। ਪਰਮਜੀਤ ਜੀ, 5 ਸਾਲ ਇਹ ਪਰਿਵਾਰ ਨੂੰ ਮੁੱਖ ਮੰਤਰੀ ਕੌਮ ਨੇ ਲੋਕਾਂ ਨੇ ਬਣਾਇਆ। ਇਹ ਕੋਈ ਲੜਾਈ ਨਹੀਂ। ਜੇ ਖਾਟੜਾ ਤੁਹਾਡੇ ਆਈਜੀ ਲਾਇਆ, ਡੀਆਈਜੀ ਲਾਇਆ, ਉਹ ਤੁਹਾਡੇ ਰਾਜ ਭਾਗ 'ਚ ਲੱਗਿਆ, ਉਹਦਾ ਜਵਾਬ ਖਾਟੜਾ ਦੇਵੇ, ਉਹ ਮੈਂ ਨਹੀਂ ਦੇਣਾ। ਪਰ ਮੈਂ ਇਹ ਕਹਿਣਾ ਵੀ ਇੱਕ ਗੱਲ ਤਾਂ
ਕੰਧ ਤੇ ਲਿਖੀ ਪੜ੍ਹ ਲਓ ਕਿ ਜੇ ਤੁਹਾਡੇ ਦਲ ਨੇ ਤੁਹਾਡੇ ਮੌਜੂਦਗੀ ਚ ਤੁਸੀਂ ਸ਼੍ਰੋਮਣੀ ਕਮੇਟੀ ਦੇ ਕਾਬਜ, ਤੁਸੀਂ ਤਖਤਾਂ ਦੇ ਕਾਬਜ, ਜੇ ਤੁਸੀਂ ਸਹੀ ਕੰਮ ਕਰੇ ਹੁੰਦੇ, ਅੱਜ ਫਿਰ ਭਾਈ ਆਏ ਦੇਖ ਲਓ ਵੀ ਸਕੂਟਰ ਤੇ ਬੈਠਣ ਜੋਗੀਆਂ ਸੀਟਾਂ ਕਿਉਂ ਰਹਿ ਗਈਆਂ? ਕਿਉਂ ਨਵੀਂ ਪਾਰਟੀ ਦਾ 92 ਰਹਿ ਗਈ? ਤੁਸੀਂ ਸਕੂਟਰ ਵਾਲੇ ਕਿੱਥੇ ਰਹਿ ਗਏ? ਕਦੇ ਤੁਸੀਂ ਬੰਦੀ ਸਿੰਘਾਂ ਦਾ ਬਹਾਨਾ ਲਾਉਂਦੇ ਹੋ, ਕਦੇ ਕਿਸੇ ਨੂੰ ਕੁਝ ਕਹਿੰਦੇ ਹੋ, ਕਦੇ ਕਹਿੰਦੇ ਹੋ ਮੈਂਬਰ ਪੰਚਾਇਤ ਹੈਗਾ ਪਹਿਰਾਵੇ ਜਾਏ ਜੀ, ਪਹਿਰਾਵੇ ਜਾਓਗੇ ਸਿੱਧਾ ਕਹੋ ਕਿ ਅੱਜ ਦੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਹਾਨੂੰ ਵੀ ਸਿੰਘ ਦਾਦੂਵਾਲ ਪ੍ਰਧਾਨ ਬਣਿਆ। ਜੇ ਦਿੱਲੀ ਕਮੇਟੀ ਵੱਖ ਹੋਈ ਹੈ, ਅੱਜ ਤੁਹਾਨੂੰ ਤਕਲੀਫ ਹੋਈ ਹੈ ਕਿ ਅਸੀਂ ਹੌਲੀ ਹੌਲੀ ਖੁੱਲਦੇ ਜਾ ਰਹੇ ਹਾਂ। ਇੱਕ ਇੱਕ ਕਰਕੇ ਸਰ ਆਪਣੀ ਗੱਲ ਰੱਖੋ ਪਲੀਜ਼, ਇੱਕ ਇੱਕ ਕਰਕੇ ਨਹੀਂ ਸਮਝ ਆਏਗੀ ਇਸ ਤਰੀਕੇ ਨਾਲ, ਮੇਰੀ ਆਵਾਜ਼ ਮੇਰੇ ਕੋਲ ਨਹੀਂ ਪਹੁੰਚੀ। ਏਜੰਸੀਆਂ ਦੇ ਬੰਦੇ ਪਰਮਜੀਤ ਜੀ ਦੇਖੋ, 24 ਘੰਟੇ ਨਹੀਂ ਪਰਮਜੀਤ ਜੀ ਸਿੱਧਾ ਤੁਹਾਡੇ ਉੱਤੇ ਵੀ ਉਂਗਲ ਚੁੱਕ ਰਹੇ ਨੇ ਨਾ, ਨਹੀਂ ਪਰਮਜੀਤ ਜੀ ਸਿੱਧਾ ਤੁਹਾਡੇ ਉੱਤੇ ਵੀ ਉਂਗਲ ਚੁੱਕ ਰਹੇ ਨੇ ਕਿ ਤੁਸੀਂ ਅਕਾਲੀ ਦਲ ਨੂੰ ਬਦਨਾਮ ਕਰ ਦਿੱਤਾ, ਤੁਸੀਂ ਅਕਾਲੀ ਦਲ ਨੂੰ ਬਦਨਾਮ ਕਰ ਦਿੱਤਾ। ਇੱਕ ਇੱਕ ਕਰਕੇ ਸਰ ਪਲੀਜ਼ ਲੋਕਾਂ ਨੂੰ ਸਮਝ ਆਵੇ। ਪਰਮਜੀਤ ਜੀ ਆਪਣੀ ਗੱਲ ਰੱਖ ਲਓ। ਬਰਾੜ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ, ਪੂਰਾ ਟਾਈਮ ਹੋਏਗਾ ਤੁਹਾਡੇ ਕੋਲ ਵੀ। ਪਰਮਜੀਤ ਜੀ ਉਹ ਤੁਹਾਡੇ ਉੱਤੇ ਵੀ ਉਂਗਲ ਚੁੱਕ ਰਹੇ ਨੇ ਕਿ ਤੁਹਾਡੇ ਵਾਂਗ ਕੁਝ ਸਿੱਖ ਬੁੱਧੀਆਂ ਦੇ ਚਿੰਤਕ ਨੇ, ਉਹਨਾਂ ਦੀ ਵਜ੍ਹਾ ਨਾਲ ਅਕਾਲੀ ਦਲ ਬਦਨਾਮ ਹੋਇਆ। ਤੁਸੀਂ ਕਿਸ ਹੈਸੀਅਤ ਚ ਕੀਤੀ ਹੈ ਜਿਹੜੇ ਪੈਨਲ ਚ ਲਿਆ ਕੇ? ਸਿੱਖ ਚਿੰਤਕ ਕਾਹਦੇ ਸਿੱਖ ਚਿੰਤਕ? ਕਿੰਨੀਆਂ ਕਿਤਾਬਾਂ ਲਿਖੀਆਂ, ਪਰਚੇ ਲਿਖੇ, ਮੜੇ ਜਾਂ ਜਨਤਾ ਨੂੰ ਦੱਸ। ਐਵੇਂ ਜਿਹਨੂੰ ਜਿਹੜਾ ਬਾਦਲਾਂ ਨੂੰ ਗਾਲਾਂ ਕੱਢਦਾ ਉਹ ਕਰ ਲੈਣ। ਮੈਂ ਬਰਾੜ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਦੇ ਦੂੰਗਾ, ਚਿੰਤਾ ਨਾ ਕਰੋ ਤੁਸੀਂ। ਪਰਮਜੀਤ ਜੀ ਕੰਪਲੀਟ ਕਰੋ ਤੁਸੀਂ ਪਲੀਜ਼ ਆਪਣੀ ਗੱਲ। ਮੈਂ ਕਿਹਾ ਬਰਾੜ ਸਾਹਿਬ ਸੁਣੋ, ਤੁਸੀਂ ਸੱਚੇ ਹੋ। ਕਾਰਨ ਕਿ ਤੁਹਾਡੇ ਅਸੀਂ ਪੜਦੇ ਦੇਖਦੇ ਆ, ਤੁਹਾਡੇ ਪਾਪਾਂ ਦੇ ਜਿਹੜੇ ਪੰਡਾਂ ਨੇ ਨਾ ਭਰੀਆਂ ਹੋਈਆਂ ਉਹ ਜਨਤਕ ਕਰ ਰਹੇ ਆ। ਜੇ ਕੋਈ ਜਨਤਕ ਕਰਦਾ ਸੀ ਪਹਿਲਾਂ ਸਾਨੂੰ ਤੁਸੀਂ ਕਾਂਗਰਸ ਦੀ ਬੀ ਟੀਮ ਕਹਿੰਦੇ ਰਹੇ, ਅੱਜ ਤੁਸੀਂ ਸਾਨੂੰ ਭਾਜਪਾ ਦੇ ਝੋਲੀ ਚ ਪਾ ਰਹੇ ਹੋ। ਤੁਸੀਂ ਵੀ ਦੱਸ ਦਿਓ ਤੁਸੀਂ ਕਿੱਥੇ ਰਹੇ? ਤੁਸੀਂ ਹੁਣ ਰਾਸ਼ਟਰਪਤੀ ਦੀਆਂ ਵੋਟਾਂ ਪਈਆਂ ਜੀ। ਇੱਕ ਸਵਾਲ ਦਾ ਜਵਾਬ ਦੇ ਦਿਓ, ਮੈਂ ਉਸ ਤੋਂ ਬਾਅਦ ਬਰਾੜ ਸਾਹਿਬ ਤੋਂ ਜਵਾਬ ਲਾਉਂਗਾ। ਨਹੀਂ ਪਰਮਜੀਤ ਜੀ ਇੱਕ ਸਵਾਲ ਦਾ ਜਵਾਬ ਦੇ ਦਿਓ। ਇੱਕ ਸੈਕਿੰਡ ਸਰ, ਨਹੀਂ ਬੇਅਦਬੀਆਂ ਨੂੰ ਲੈ ਕੇ ਇੱਕ ਸੈਕਿੰਡ ਸਰ ਸੁਣ ਲਓ ਪਲੀਜ਼। ਪਰਮਜੀਤ ਜੀ ਅਕਾਲੀ ਦਲ ਦਾ ਇਹ ਤਰਕ ਹੈ ਜਾਂ ਅਕਾਲੀ ਦਲ ਦਾ ਇਹ ਇੱਕ ਤਰੀਕੇ ਨਾਲ ਤੁਸੀਂ ਕਹਿ ਲਓ ਕਿ ਉਹਨਾਂ ਦਾ ਪੁਆਇੰਟ ਹੈ ਕਿ ਜਿਹੜੀਆਂ ਬੇਅਦਬੀਆਂ ਕਾਂਗਰਸ ਦੇ ਸਮੇਂ ਹੋਈਆਂ ਤੁਸੀਂ ਉਦੋਂ ਨਹੀਂ ਬੋਲੇ, ਜਿਹੜੀਆਂ ਬੇਅਦਬੀਆਂ ਕਿਸੇ ਹੋਰ ਸਰਕਾਰ ਦੇ ਸਮੇਂ ਹੋਈਆਂ ਤੁਹਾਨੂੰ ਉਹ ਨਹੀਂ ਯਾਦ, ਤੁਹਾਨੂੰ ਯਾਦ ਹੈ ਸਿਰਫ ਅਕਾਲੀ ਦਲ ਦੇ ਸਮੇਂ ਦੀ 2015 ਵਾਲਾ ਤੁਹਾਨੂੰ ਪੂਰਾ ਘਟਨਾਕ੍ਰਮ ਯਾਦ ਹੈ, ਹੋਰ ਕੋਈ ਤੁਹਾਨੂੰ ਯਾਦ ਨਹੀਂ। ਤੁਸੀਂ ਉਹਨਾਂ ਦੇ ਖਿਲਾਫ ਕੋਈ ਨਹੀਂ ਆਵਾਜ਼ ਚੁੱਕਦੇ, ਤੁਸੀਂ ਸਿਰਫ ਅਕਾਲੀ ਦਲ ਜਾਂ ਜਦੋਂ ਬਾਦਲ ਸੱਤਾ ਦੇ ਵਿੱਚ ਸੀ ਉਸ ਸਮੇਂ ਦੇ ਮੁੱਦੇ ਨੂੰ ਚੁੱਕਦੇ ਹੋ। ਬਰਾੜ ਸਾਹਿਬ ਅੱਜ ਵੀ ਕਿਸੇ ਦਾ ਰਾਜ ਭਾਗ ਆ ਜੇ, ਅਸੀਂ ਕੈਪਟਨ ਅਮਰਿੰਦਰ ਦੇ ਹੁੰਦੇ ਵੀ ਵਿਰੋਧ ਕਰਦੇ ਰਹੇ, ਉਦੋਂ ਵੀ ਲੜਾਈ ਲੜੀ, ਉਦੋਂ ਮੋਰਚਾ 6.5 ਮਹੀਨੇ ਮੋਰਚਾ ਲੱਗਿਆ ਨਹੀਂ ਲੱਗਿਆ, ਉਹ ਕਿਹਦਾ ਰਾਜ ਸੀ? ਕਿਹਦਾ ਹੁੰਦਾ? ਸਰਕਾਰਾਂ ਚੱਲ ਕੇ ਬਰਗਾੜੀ ਗਈਆਂ। ਹੁਣ ਜਿਹੜੀ ਹੁਣ ਚੱਲਦੀ ਆ ਇਹਨਾਂ ਨਾਲ ਵੀ ਅਸੀਂ ਅੱਜ ਵੀ ਮੋਰਚਾ ਸਖਰਾਜ ਲਾਈ ਬੈਠਾ ਹੈ। ਜੇ ਕਿਤੇ ਕਲਿਆਣ ਵਾਲੀਆਂ ਗੱਲ ਕਰਦੇ ਨੇ, ਕਲਿਆਣ ਵਾਲੀਆਂ ਸਾਡੀਆਂ ਖਬਰਾਂ ਕਢਾ ਲਓ ਕਿ ਅਸੀਂ 33 ਸੜਕ ਤੇ ਕਲਿਆਣ ਗੁਰਦੁਆਰੇ ਬੈਠੇ ਨਹੀਂ। ਇਹ 3 ਦਿਨ ਬਹਿ ਕੇ ਭੱਜ ਗਏ ਤੇ ਪਟਿਆਲੇ ਨੂੰ, ਕੁੱਲ 3 ਦਿਨ ਫੇਰ ਗੁਰੂ ਗ੍ਰੰਥ ਸਾਹਿਬ ਮਿਲ ਗਿਆ। ਅਸੀਂ ਤਾਂ ਅੱਜ ਤੱਕ ਵੀ ਲੜਾਈ ਲੜਦੇ ਆ, ਤੁਸੀਂ ਤਾਂ ਰਾਜ ਭਾਗ ਦੇ ਰਹੇ ਹੋ, ਤੁਹਾਡੇ ਮੈਂਬਰ ਪਾਰਲੀਮੈਂਟ ਰਹੇ ਨੇ, ਤੁਹਾਡੇ ਕੋਲ ਤਾਕਤਾਂ ਦੇ ਜਥੇਦਾਰ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਤੁਸੀਂ ਕਹੋ ਉਹਨੂੰ ਜਵਾਬ ਦਿਓ। ਅਸੀਂ ਅੱਜ ਵੀ ਜਿਹੜਾ ਤੁਸੀਂ ਸਾਡੇ ਤੇ ਦੋਸ਼ ਲਾਉਂਦੇ ਹੋ, ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੁਣਦਾ ਫਿਰ ਵੀ ਤੁਸੀਂ ਕਿੱਥੇ ਖੜੇ ਹੋ। ਠੀਕ ਹੈ ਚਲੋ ਮੈਂ ਤੁਹਾਡੇ ਕੋਲ ਵਾਪਸ ਆਣਾ। ਭਾਈ ਮਨਜੀਤ ਜੀ ਮੈਂ ਬਰਾੜ ਸਾਹਿਬ ਆ ਰਿਹਾ ਤੁਹਾਡੇ ਕੋਲ। ਭਾਈ ਮਨਜੀਤ ਜੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ ਸਰ। ਡੀਐਸਜੀਐਮਸੀ ਐਚਐਸਜੀਪੀਸੀ ਤੇ ਕੀ ਜਥੇਦਾਰ ਸਾਹਿਬ ਦੇ ਇਸ ਬਿਆਨ ਨੂੰ ਐਸਜੀਪੀਸੀ ਨੂੰ ਲੈ ਕੇ ਵੀ ਜੁੜਿਆ ਜਾਵੇ ਆਪਸ ਦੇ ਵਿੱਚ ਕਿ ਐਸਜੀਪੀਸੀ ਹੱਥੋਂ ਨਾ ਚਲੀ ਜਾਵੇ, ਇਸ ਕਰਕੇ ਇਸ ਤਰੀਕੇ ਦੀ ਸਟੇਟਮੈਂਟ ਹੈ? ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ, ਲੇਕਿਨ ਜਥੇਦਾਰ ਸਾਹਿਬ ਨੇ ਜਿਹੜਾ ਸੁਝਾਅ ਦਿੱਤਾ ਨਾ, ਉਹਨਾਂ ਇਹ ਸੁਝਾਅ ਦਿੱਤਾ ਹੈ ਕਿ ਜਿਹੜੇ ਪੰਥਕ ਜਜ਼ਬਾ ਕੌਮ 'ਚੋਂ ਖਤਮ ਹੋ ਰਿਹਾ ਹੈ, ਪੰਥ ਦੀ ਰੂਹ ਜਿਹੜੀ ਹੈ ਉਹ ਅਸਲ ਵਿੱਚ ਜਿਹੜੀ ਹੈ ਉਹ ਖਤਮ ਹੋ ਰਹੀ ਹੈ, ਉਹਨੂੰ ਦੁਬਾਰਾ ਜਿਹੜਾ ਹੈ ਪੰਥਕ ਜਜ਼ਬਾਤ ਨੂੰ ਉਭਾਰਨ ਦੀ ਲੋੜ ਹੈ। ਪੰਥਕ ਨਹੀਂ ਫਿਰ ਕੌਣ ਜ਼ਿੰਮੇਵਾਰ ਹੈ ਸਰ ਜੇ ਪੰਥਕ ਜਜ਼ਬਾ ਜੋ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਕੌਣ ਜ਼ਿੰਮੇਵਾਰ ਹੈ ਜਾਂ ਕਿਉਂ ਹੋ ਰਿਹਾ ਜਜ਼ਬਾ ਖਤਮ? ਵੇਖੋ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਅਸੀਂ ਜ਼ਿੰਮੇਵਾਰ ਹਾਂ ਉਹਦੇ ਵਾਸਤੇ, ਮੰਨਣਾ ਚਾਹੀਦਾ। ਜੇ ਕੋਈ ਘਾਟ ਆ ਗਈ ਕਿਸੇ ਗੱਲ ਦੇ ਵਿੱਚ ਔਰ ਕਿਸੇ ਗੱਲ 'ਚ ਜੇ ਤਬਦੀਲੀ ਆ ਗਈ ਹੈ, ਘਾਟ ਆ ਗਈ ਹੈ,
ਤੇ ਉਹਨੂੰ ਪੂਰਾ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ, ਪ੍ਰਚਾਰ ਵਾਸਤੇ, ਪ੍ਰਸਾਰ ਵਾਸਤੇ। ਔਰ ਕਈ ਏਜੰਸੀਆਂ ਵੀ ਜਿਹੜੀਆਂ ਨੇ ਉਹ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ। ਕਈ ਵਾਰ ਕਈ ਅਜਿਹੇ ਲੋਕ ਵੀ ਨੇ ਜਿਨ੍ਹਾਂ ਗਾਤਰੇ ਵੀ ਵੱਡੇ ਵੱਡੇ ਪਾਏ ਆ ਔਰ ਸਾਡੇ ਤੋਂ ਸਿੱਖ ਵੀ ਵੱਡੇ ਲੱਗਦੇ ਆ। ਕਈ ਵਾਰ ਉਹ ਵੀ ਏਜੰਸੀਆਂ ਦੇ ਢਹਿ ਚੜ ਕੇ ਕਈ ਗਲਤ ਗੱਲਾਂ ਜਿਹੜਿਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ ਕਰਦੇ ਆ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਕਰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਮੈਂ ਅੱਗੇ ਵੀ ਬੇਨਤੀ ਕਰਕੇ ਹਟਿਆ ਹੈ ਕਿ ਕਿਸੇ ਸਿੱਖ ਨੂੰ ਕੰਡਾ ਵੀ ਚੁੱਭ ਜਾਂਦਾ ਹੈ, ਕੋਈ ਕਿਤੇ ਆਫਤ ਆ ਜਾਂਦੀ ਹੈ, ਕਿਤੇ ਸੁਨਾਮੀ ਆ ਜਾਂਦੀ ਹੈ, ਕਿਤੇ ਕੋਈ ਹੜ੍ਹ ਆ ਜਾਂਦੇ ਆ, ਕਿਤੇ ਕੋਵਿਡ ਆ ਜਾਂਦਾ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰਬਰਦਾਰ ਬਣ ਕੇ ਉੱਥੇ ਹਰੇਕ ਥਾਂ ਤੇ ਮਗਰ ਖਲੋਂਦੇ ਹੀ ਹੈ। ਸੋ ਜਿੱਥੇ ਕਿਤੇ ਕੋਈ ਘਾਟ ਹੈ ਉਸ ਘਾਟ ਨੂੰ ਪੂਰਾ ਕਰਨ ਵਾਸਤੇ ਅਸੀਂ ਜ਼ੋਰ ਲਾ ਰਹੇ ਹਾਂ। ਪਰ ਲੇਕਿਨ ਮੈਂ ਸਮਝਦਾ ਹਾਂ ਕਿ ਜਿਹੜੇ ਸਿੰਘ ਨਾਂ ਵਾਲੇ ਵੀਰ ਆ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਇਹ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੇ ਜਦੋਜਹਿਦ ਤੋਂ ਬਾਅਦ ਆਈ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡਾ ਇਸ਼ਾਰਾ ਸਿੱਧਾ ਪਰਮਜੀਤ ਜੀ ਦੀ ਆਵਾਜ਼ ਹੈ। ਭਾਈ ਮਨਜੀਤ ਜੀ ਜੀ ਜੋ ਤੁਸੀਂ ਮੈਂ ਜ਼ਿਕਰ ਕਿਸੇ ਕਰ ਰਹੇ ਵਾਲੇ ਹੋ ਕੋਈ ਕਿ ਪਾਸਾ ਨਹੀਂ ਕਰਨਾ ਚਾਹੁੰਦਾ, ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ। ਮੇਰਾ ਕਿਸੇ ਵੇਲੇ ਕੋਈ ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਨਾ ਚਾਹੁੰਦਾ। ਮੈਂ ਸਮਝਦਾ ਹਾਂ ਕਿ ਜੇ ਸਾਡੇ 'ਚ ਕੋਈ ਘਾਟਾ ਹੈ ਸਾਨੂੰ ਦੱਸੋ, ਅਸੀਂ ਉਹਨੂੰ ਪੂਰਾ ਕਰਨ ਨੂੰ ਤਿਆਰ ਹਾਂ। ਲੇਕਿਨ ਕਈ ਵਾਰ ਆਪਾਂ ਬਿਨਾਂ ਕਿਸੇ ਵਜ੍ਹਾ ਤੋਂ ਕੋਈ ਸਿਰ ਮੂੰਹ ਨਹੀਂ ਕਿਸੇ ਗੱਲ ਦਾ ਹੁੰਦਾ ਤੇ ਆਪਾਂ ਅਕਾਲ ਤਖਤ ਸਾਹਿਬ ਨੂੰ ਨਿੰਦੀ ਜਾਂਦੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿੰਦੀ ਜਾਂਦੇ ਆ, ਸ਼੍ਰੋਮਣੀ ਅਕਾਲੀ ਦਲ ਨੂੰ ਨਿੰਦੀ ਜਾਂਦੇ ਆ। ਇਹ ਤਿੰਨੇ ਸੰਸਥਾ ਕੋਈ ਮਾੜੀਆਂ ਸੰਸਥਾ ਨਹੀਂ, ਬੜਾ ਵੱਡਾ ਇਤਿਹਾਸ ਇਹਨਾਂ ਦਾ ਹੈ ਔਰ ਬਹੁਤ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਇਹ ਹੋਂਦ ਵਿੱਚ ਆਈ ਹੈ। ਔਰ ਇਹਨਾਂ ਕੁਰਬਾਨੀਆਂ ਦਾ ਸਦਕਾ ਪੰਜਾਬ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਜਿਹੜਾ ਉਹ ਇੱਕ ਜਜ਼ਬਾ ਖੜਾ ਕੀਤਾ ਹੈ। ਅੱਜ ਜੋ ਜਜ਼ਬਾ ਦੁਬਾਰਾ ਜੇ ਥੋੜਾ ਬਾਦਾ ਮੱਧਮ ਪਿਆ ਹੈ ਉਹਨੂੰ ਦੁਬਾਰਾ ਫਿਰ ਉਭਾਰਨ ਦੀ ਲੋੜ ਹੈ। ਔਰ ਜਹੇਦਾਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਹੱਥ ਵਿੱਚ ਝੰਡਾ ਫੜ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਦਾ ਝੰਡਾ ਫੜ ਕੇ ਔਰ ਗਲ ਵਿੱਚ ਢੋਲਕੀ ਪਾ ਕੇ ਜਿਸ ਤਰ੍ਹਾਂ ਪੁਰਾਣੇ ਸਿੱਖ ਕਰਦੇ ਸੀ ਔਰ ਹੱਥ ਵਿੱਚ ਚਮਟਾ ਫੜ ਕੇ ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ ਔਰ ਇਸੇ ਤਰ੍ਹਾਂ ਹੀ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਜਿਹੜਾ ਜਜ਼ਬਾ ਖਤਮ ਹੋਇਆ ਸੀ ਇਹ ਜਜ਼ਬਾ ਫੇਰ ਦੁਬਾਰਾ ਭਰਨ ਦੀ ਲੋੜ ਤੇ ਜਿਹੜਾ ਜ਼ੋਰ ਦਿੱਤਾ ਸਿੰਘ ਸਾਹਿਬ ਨੇ। ਔਰ ਮੈਂ ਸਮਝਦਾ ਸਾਡੇ ਸਿਰ ਮੱਥੇ ਤੇ ਕਰਨਾ ਚਾਹੀਦਾ। ਪਰਿਵਾਰਾਂ 'ਚ ਵੀ ਘਾਟ ਆ ਜਾਂਦੀ ਹੈ, ਕਈ ਵਾਰ ਪਾਰਟੀਆਂ 'ਚ ਵੀ ਆ ਜਾਂਦੀ ਹੈ, ਕਈ ਵਾਰ ਆਪਣੇ ਥੱਲੇ ਵਾਲੇ ਲੈਵਲ ਉਹਨਾਂ ਘਾਟਾਂ ਸਾਰੀਆਂ ਨੂੰ ਪੂਰਾ ਕਰਨਾ ਹੈ। ਅਸੀਂ ਉਹਦੇ ਵਾਸਤੇ ਤਤਪਰ ਹਾਂ। ਲੇਕਿਨ ਜੇ ਅਸੀਂ ਬਦਨਾਮ ਹੀ ਕਰੀ ਜਾਵਾਂਗੇ, ਸ਼੍ਰੋਮਣੀ ਕਮੇਟੀ ਨੂੰ ਕਰੀ ਜਾਵਾਂਗੇ, ਸ਼੍ਰੋਮਣੀ ਅਕਾਲੀ ਦਲ ਨੂੰ ਕਰੀ ਔਰ ਅਕਾਲ ਤਖਤ ਸਾਹਿਬ ਨੂੰ ਕਰੀ ਜਾਵਾਂਗੇ, ਕਈ ਲੋਕ ਜਿਹੜੇ ਉਹ ਦਮਦਮੀ ਟਕਸਾਲ ਦੇ ਖਿਲਾਫ ਬੋਲੀ ਜਾਂਦੇ ਆ। ਕੋਈ ਇੱਥੇ ਚੀਫ ਖਾਲਸਾ ਦੀਵਾਨ ਇਹ ਇੰਸਟੀਚਿਊਸ਼ਨਾਂ ਪੰਥ ਦੇ ਵਾਸਤੇ ਉਹਨਾਂ ਦਾ ਆਪਣਾ ਤਰਕ ਵੀ ਹੈ ਨਾ ਸਰ, ਉਹਨਾਂ ਦਾ ਆਪਣਾ ਤਰਕ ਹੈ। ਮੈਂ ਬਰਾੜ ਸਾਹਿਬ ਤੁਹਾਡੇ ਕੋਲ ਆਣਾ, ਮੈਂ ਇੱਕ ਵਾਰ ਗਰੇਵਾਲ ਸਾਹਿਬ ਦਾ ਰੁਖ ਕਰਨਾ, ਮੈਂ ਗਰੇਵਾਲ ਸਾਹਿਬ ਦਾ ਇੱਕ ਵਾਰੀ ਰੁਖ ਕਰਨਾ। ਗਰੇਵਾਲ ਸਾਹਿਬ ਦੋ ਚੀਜ਼ਾਂ, ਇੱਕ ਤਾਂ ਸੈਂਟਰ ਦੀ ਸਰਕਾਰ ਦੇ ਉੱਤੇ ਤੁਸੀਂ ਜ਼ਰੂਰ ਸਟੇਟਮੈਂਟ ਦਿਓ ਕਿ ਜਥੇਦਾਰ ਸਾਹਿਬ ਨੂੰ ਅਜਿਹੀ ਸਟੇਟਮੈਂਟ ਦੇਣ ਦੀ ਜ਼ਰੂਰਤ ਕਿਉਂ ਪਈ ਜਿੱਥੇ ਉਹ ਕਹਿੰਦੇ ਨੇ ਕਿ ਮਿਊਨਿਸਪੈਲਿਟੀ ਬਣਾ ਕੇ ਰੱਖ ਦਿੱਤਾ ਸਟੇਟਾਂ ਨੂੰ, ਸੈਂਟਰ ਦੀ ਗਵਰਨਮੈਂਟ ਨੇ ਅਧਿਕਾਰ ਖੋਲੇ। ਤੇ ਦੂਜੀ ਗੱਲ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਇੱਕ ਦਿਨ ਪਹਿਲਾਂ ਸਟੇਟਮੈਂਟ ਆਉਂਦੀ ਹੈ ਤੇ ਉਹ ਸੰਘ ਦੇ ਉੱਤੇ ਵੀ ਨਿਸ਼ਾਨਾ ਸਾਧਦੇ ਨੇ ਤੇ ਉਹ ਕਹਿੰਦੇ ਨੇ ਕਿ ਸੰਘ ਐਸਜੀਪੀਸੀ ਦੇ ਵਿੱਚ ਵੀ ਐਂਟਰੀ ਕਰਨਾ ਚਾਹੁੰਦਾ ਜਾਂ ਇਸ ਤਰੀਕੇ ਦੇ ਇਲਜ਼ਾਮ ਉਹਨਾਂ ਦੇ ਵੱਲੋਂ ਲਗਾਏ ਗਏ ਸੀ। ਦੇਖੋ ਗੌਰਵ ਜੀ, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਮੈਂ ਧਾਮੀ ਸਾਹਿਬ ਨੂੰ ਵੀ ਪ੍ਰਾਰਥਨਾ ਕਰਦਾ ਕਿ ਕੋਈ ਗੱਲ ਦਾ ਆਧਾਰ ਹੋਵੇ ਫਿਰ ਉਹ ਬੋਲਣ, ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ। ਮੈਂ ਇੱਕ ਅਧਿਕਾਰਿਕ ਸਟੇਟਮੈਂਟ ਦੇ ਰਿਹਾ ਮੇਰੀ ਪਾਰਟੀ ਦੀ ਔਰ ਸੰਘ 'ਚ ਵੀ ਮੈਂ ਕੰਮ ਬਹੁਤ ਲੰਬਾ ਸਮਾਂ ਕੀਤਾ ਔਰ ਮੈਨੂੰ ਫਖਰ ਹੈ ਕਿ ਮੈਂ ਰਾਸ਼ਟਰੀ ਸਵੈਂ ਸੇਵਕ ਸੰਘ ਦਾ ਸਵੈਂ ਸੇਵਕ ਹਾਂ, ਕੋਈ ਇਹਦੇ 'ਚ ਵੀ ਗੱਲ ਨਹੀਂ ਹੈ, ਦੋ ਰਾਏ ਨਹੀਂ। ਪਰ ਨਾ ਤਾਂ ਸੰਘ ਕਿਸੇ ਵੀ ਪੋਲੀਟੀਕਲ ਐਕਟੀਵਿਟੀ 'ਚ ਦਖਲਅੰਦਾਜ਼ੀ ਕਰਦਾ ਔਰ ਬੀਜੇਪੀ ਵੀ ਕਿਸੇ ਵੀ ਧਰਮ ਦੇ ਮਾਮਲਿਆਂ 'ਚ, ਸਿੱਖ ਧਰਮ ਤਾਂ ਅਲੱਗ ਚੀਜ਼ ਆ, ਕਿਸੇ ਵੀ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਨਹੀਂ ਕਰਦੀ ਐਜ਼ ਏ ਪਾਰਟੀ। ਇੰਡੀਵਿਜੂਅਲੀ ਕੋਈ ਕਰੇ ਉਹ ਗੱਲ ਅਲੱਗ ਆ। ਸਾਡੇ ਕੋਲੋਂ ਧਾਮੀ ਸਾਹਿਬ ਨੂੰ ਖਤਰੇ 'ਚ ਰਹਿਣ ਦੀ ਜ਼ਰੂਰਤ ਨਹੀਂ ਹੈ। ਅਸੀਂ ਨਾ ਤਾਂ ਸ਼੍ਰੋਮਣੀ ਕਮੇਟੀ ਦੀ ਚੋਣ ਲੜਨੀ ਆ ਤੇ ਨਾ ਹੀ ਅਸੀਂ ਕਿਸੇ ਨੂੰ ਲੜਾਉਣੀ ਆ। ਤੇ ਜਿੱਥੇ ਜਿੱਥੇ ਜਿਹਦੀ ਇੱਛਾ ਹੋਵੇ ਉਹ ਕਰੇ। ਸਿੱਖ ਸਾਡੇ 'ਚ ਵੀ ਹੈਗੇ ਆ, ਸਿੱਖ ਕਾਂਗਰਸ 'ਚ ਵੀ ਹੈਗੇ ਆ, ਸਿੱਖ ਅਕਾਲੀ ਦਲ ਤਾਂ ਜ਼ਿਆਦਾ ਨੇ ਔਰ ਸਿੱਖ ਆਮ ਆਦਮੀ ਪਾਰਟੀ 'ਚ ਵੀ ਨੇ। ਇਸ ਕਰਕੇ ਸਾਰੀਆਂ ਪਾਰਟੀਆਂ 'ਚ ਨੇ, ਉਹਦੀ ਉਹਨਾਂ ਨੂੰ ਚਿੰਤਾ ਨਾ ਕਰਨ। ਦੂਜਾ, ਜਥੇਦਾਰ ਸਾਹਿਬ ਜਿਹੜੀ ਗੱਲ ਆ ਉਹਨਾਂ ਦੀ ਇੰਨੀ ਉੱਚੀ ਹੈਸੀਅਤ ਆ, ਉਹਨਾਂ ਨੂੰ ਇਹ ਰਾਜਨੀਤਿਕ ਕੰਮਾਂ ਦੇ ਅੰਦਰ ਜਦੋਂ ਪੋਲੀਟੀਕਲ ਸਟੇਟਮੈਂਟ ਦਿੰਦੇ ਆ ਤਾਂ ਉਹਦੀ ਪੂਰੀ ਘੋਖ ਪੜਤਾਲ ਕਰਕੇ ਫਿਰ ਵਿਦ ਪ੍ਰੂਫ ਕਹਿਣਾ ਚਾਹੀਦਾ, ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ।
ਤੇ ਉਹਦੇ 'ਚ ਜਦੋਂ ਅਸੀਂ ਉਹਦਾ ਜਵਾਬ ਦਈਏ, ਦੂਜੀ ਸਿੱਖ ਧਰਮ ਦੇ ਬਾਰੇ 'ਚ ਮੈਂ ਇੱਕ ਚੀਜ਼ ਕਹਿ ਦਿੰਦਾ ਕਿ ਇਹ ਜਿਹੜੀਆਂ ਅੱਜ ਅਕਾਲੀ ਦਲ ਚੱਲ ਰਿਹਾ ਜਾਂ ਸ਼੍ਰੋਮਣੀ ਕਮੇਟੀ ਚੱਲ ਰਹੀ ਆ ਤੇ ਜਾਂ ਬਾਕੀ ਚੀਜ਼ਾਂ ਨੇ, ਗੁਰੂਆਂ ਦੀ ਤਿਆਗ ਤਪੱਸਿਆ ਇੰਨੀ ਜ਼ਿਆਦਾ, ਗੁਰੂਆਂ ਦੀਆਂ ਸ਼ਹਾਦਤਾਂ ਇੰਨੀਆਂ ਮਹਾਨ ਨੇ, ਉਸ ਵਜ੍ਹਾ ਕਰਕੇ ਸਿੱਖ ਧਰਮ ਚੱਲ ਰਿਹਾ। ਤੇ ਜਿਸ ਤਰ੍ਹਾਂ ਅਸੀਂ ਆ ਟੀਵੀ ਤੇ ਬੈਠ ਕੇ ਆਪਸ 'ਚ ਹੀ ਲੜੀ ਜਾਂਦੇ ਆ, ਪੂਰੀ ਦੁਨੀਆ ਦੇਖ ਰਹੀ ਹੈ, ਤੁਹਾਡੇ ਚੈਨਲ ਨੂੰ ਬਹੁਤ ਜ਼ਿਆਦਾ ਲੋਕ ਦੇਖਦੇ ਆ, ਉਹ ਕੀ ਕਹਿਣਗੇ ਕਿ ਕਿਸ ਤਰ੍ਹਾਂ ਲੜ ਰਹੇ ਨੇ, ਕਿਸ ਤਰ੍ਹਾਂ ਦਾ ਝਗੜਾ ਕਰ ਰਹੇ ਨੇ। ਇਹ ਮੁੱਦਾ ਇਦਾਂ ਦਾ ਕਿ ਇਹਦੇ 'ਚ ਬਹੁਤ ਜ਼ਿਆਦਾ ਝਗੜਾ ਕਰਨ ਵਾਲੀ ਗੱਲ ਨਹੀਂ ਹੈ। ਮੈਂ ਇਹੀ ਕਹੂੰਗਾ ਕਿ ਅਸੀਂ ਜਿਹੜੀ ਵੀ ਗੱਲ ਕਰੀਏ ਉਹ ਤਰਕ ਨਾਲ ਕਰੀਏ ਔਰ ਬਿਨਾਂ ਗੱਲ ਤੋਂ ਕੋਈ ਗੱਲ ਨਾ ਕਰੀਏ। ਮੈਂ ਹੁਣ ਜਥੇਦਾਰ ਸਾਹਿਬ ਦੀ ਸਟੇਟਮੈਂਟ ਦਾ ਜਵਾਬ ਦੇਣ ਲੱਗ ਜਾ, ਉਹਨਾਂ ਨੇ ਪੋਲੀਟੀਕਲ ਸਟੇਟਮੈਂਟ ਦੇਤੀ, ਉਹ ਵੀ ਅੱਛਾ ਨਹੀਂ ਲੱਗੇਗਾ। ਉਹਨਾਂ ਦੀ ਹਸਤੀ ਦੇ ਲਈ ਕੋਈ ਗੱਲ ਕਹੀ ਜਾਵੇ ਤਾਂ ਮੈਂ ਤਾਂ ਇੰਨਾ ਹੀ ਕਹੂੰਗਾ ਕਿ ਉਹ ਪੂਰੀ ਘੋਖ ਪੜਤਾਲ ਕਰ ਲੈਣ। ਜੇ ਉਹਨਾਂ ਨੂੰ ਕੋਈ ਲੱਗਦਾ ਕਿ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਜਾਂ ਦਖਲ ਅੰਦਾਜ਼ੀ ਕਰ ਰਹੇ ਹਾਂ, ਅਸੀਂ ਵੀ ਉਹਨਾਂ ਕੋਲ ਜਾ ਕੇ ਜਵਾਬ ਦੇ ਸਕਦੇ ਹਾਂ, ਸਾਡੇ ਵੀ ਜਥੇਦਾਰ ਨੇ ਉਹ। ਤੇ ਇਹ ਮੇਰੀ ਉਹਨਾਂ ਨੂੰ ਪ੍ਰਾਰਥਨਾ ਹੈਗੀ ਆ, ਕਿਉਂਕਿ ਇੱਕ ਪਾਸੜ ਜਿਹੜੀ ਕਾਰਵਾਈ ਹੈ ਨਾ, ਬੜੇ ਲੋਕਾਂ ਦੇ ਸੋਚਣ ਨਾਲ ਉਹਦੇ ਨਾਲ ਬੜਾ ਨੁਕਸਾਨ ਹੁੰਦਾ। ਉਹਨਾਂ ਜਿਹੜੀ ਚੇਅਰ ਤੇ ਉਹ ਬੈਠਦੇ ਨੇ ਉਸ ਦਾ ਵੀ ਨੁਕਸਾਨ ਹੁੰਦਾ। ਉਹ ਬੜੀ ਪ੍ਰੈਸਟੀਜੀਅਸ ਹੈਗੀ ਆ, ਉਹ ਬੜੀ ਧਾਰਮਿਕ ਹੈਗੀ ਆ ਔਰ ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਹੁਣ ਵੀ ਕਹਿਣਾ ਤੇ ਇਸ ਲਈ ਮੈਂ ਇਸ ਝੰਜਟ ਜ਼ਿਆਦਾ ਨਹੀਂ ਫਸਣਾ ਚਾਹੁੰਦਾ। ਜਥੇਦਾਰ ਸਾਹਿਬ ਬੋਲਦੇ ਨੇ ਤਾਂ ਬੜਾ ਸੋਚ ਵਿਚਾਰ ਕੇ ਉਹਨਾਂ ਦੇ ਵੱਲੋਂ ਕੋਈ ਗੱਲ ਰੱਖੀ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਕਿ ਜਿਸ ਥਾਂ ਦੇ ਉੱਤੇ ਉਹ ਬੈਠੇ ਹੋਏ ਨੇ ਤਾਂ ਉੱਥੋਂ ਬੈਠ ਕੇ ਜਿਹੜੀਆਂ ਚੀਜ਼ਾਂ ਨੇ ਉਹ ਵੱਖਰੇ ਤਰੀਕੇ ਨਾਲ ਦਿਖਦੀਆਂ ਨੇ ਤੇ ਉਹਨਾਂ ਦਾ ਜਿਹੜਾ ਪੂਰਾ ਤੁਸੀਂ ਕਹਿ ਸਕਦੇ ਹੋ ਕਿ ਪਰਦੇ ਦੇ ਅੱਗੇ ਤੇ ਪਰਦੇ ਦੇ ਪਿੱਛੇ ਦੀ ਕਹਾਣੀ ਵੀ ਉਹ ਦੇਖ ਪਾ ਰਹੇ ਹੋਣਗੇ, ਇਸ ਕਰਕੇ ਉਹ ਬੋਲ ਰਹੇ ਨੇ। ਖੈਰ ਉਹਨਾਂ ਨੇ ਕਿਹਾ ਤਾਂ ਲਾਜ਼ਮੀ ਤੌਰ ਤੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਹੋਣਗੀਆਂ। ਬਰਾੜ ਸਾਹਿਬ ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਥੋੜਾ ਜਿਹਾ ਕਹਿ ਦਿਓ ਮੈਨੂੰ, ਘੱਟੋ ਘੱਟ 30-40 ਮੈਸੇਜ ਆਏ ਪਏ ਆ ਕਿ ਤੁਹਾਡੀ ਆਵਾਜ਼ ਜਿਹੜੀ ਡਾਊਨ ਹੈ ਬਾਕੀਆਂ ਨਾਲੋਂ। ਕਿਰਪਾ ਕਰਕੇ ਮੇਰੀ ਤਾਂ ਆਵਾਜ਼ ਬੋਲਣ 'ਚ ਜੇ ਮੈਂ ਉੱਚੀ ਬੋਲਦਾ ਤੇ ਇਹਦਾ ਮਤਲਬ ਉੱਚੀ ਹੋਣੀ ਚਾਹੀਦੀ ਹੈ ਤੇ ਲੋਕਾਂ 'ਚ ਡਾਊਨ ਜਾ ਰਹੀ ਹੈ। ਟੀਮ ਨੂੰ ਥੋੜਾ ਜਿਹਾ ਇੱਕ ਤਾਂ ਇਹ ਕਹਿ ਦਿਓ। ਦੂਜੀ ਬੇਨਤੀ ਮੈਂ ਇਹ ਕਰਾਂ ਕਿ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਸੋਹਲੀ ਸਾਹਿਬ ਜੀ, ਚਲੋ ਖੈਰ ਮੈਨੂੰ ਪਬਲਿਕ 'ਚੋਂ ਮੈਸੇਜ ਆਇਆ, ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਿੰਦਾ ਜੇ ਤੁਹਾਨੂੰ ਕੋਈ ਮੇਰੀ ਗੱਲ ਤੇ ਸ਼ੱਕ ਲੱਗਦਾ ਹੈ। ਦੂਜੀ ਗੱਲ ਕਿ ਪਰਮਜੀਤ ਸਿੰਘ ਸੋਹਲੀ ਇੱਕ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਹੈ। ਸਿੱਖ ਚਿੰਤਕ ਵਾਲੀ ਡਿਗਰੀ ਕਿੱਥੋਂ ਮਿਲਦੀ ਹੈ ਮੈਨੂੰ ਵੀ ਦੱਸ ਦਿਓ, ਮੈਂ ਵੀ ਵਾਹਵਾ ਪੜ੍ਹਦਾ ਲਿਖਦਾ, ਇਹ ਵੀ ਪਤਾ ਲੱਗ ਜੇ ਮੈਨੂੰ। ਅੱਗੇ ਵੀ ਬਹੁਤ ਵਾਰੀ ਰੌਲਾ ਪਿਆ ਕਿ ਲਿਖ ਦਿੰਦੇ ਆ ਸਿੱਖ ਚਿੰਤਕ ਫਲਾਨਾ, ਕੱਲੇ ਬਾਦਲਾਂ ਨੂੰ ਗਾਲਾਂ ਕੱਢਣੀਆਂ ਤੇ ਡਿਗਰੀ ਮਿਲ ਜਾਂਦੀ ਹੈ। ਇੱਕ ਗੱਲ, ਇਹਨਾਂ ਨੇ ਇਲੈਕਸ਼ਨ ਲੜੀ ਸੀ ਤੇ 1200 ਵੋਟ ਪਈ ਸੀ ਜਿਹੜੇ ਵੇਲੇ ਇਲੈਕਸ਼ਨ ਲੜੀ ਸੀ, ਕੁੱਲ 1200, ਤੇ ਇਹ ਸਿੱਖ ਚਿੰਤਕ ਕਿੱਥੋਂ ਆ ਗਏ? ਚਲੋ ਮੰਨ ਲਓ ਅਸੀਂ ਘੱਟ ਕੀਤਾ, ਵੱਧ ਕੀਤਾ, ਸਾਨੂੰ ਗਾਲਾਂ ਵੱਧ ਕੱਢ ਲੀਆਂ। ਸਿੱਖ ਚਿੰਤਕ ਦੇ ਤੌਰ ਤੇ ਇਹ ਦੱਸ ਦੇਣ ਕਿੰਨੇ ਕੁ ਲੋਕਾਂ ਨੂੰ ਅਮਰਧਾਰੀ ਬਣਾਤਾ, ਕਿੰਨੇ ਕੁ ਲੋਕਾਂ ਨੂੰ ਕੇਸਾਧਾਰੀ ਬਣਾਤਾ। ਇੱਕ ਹਾਂ ਚਿੰਤਾ ਹੈਗੀ ਆ, ਜਿਹੜਾ ਤੁਸੀਂ ਕਹਿੰਦੇ ਕਮੀ ਕਿੱਥੇ ਰਹੀ। ਅੱਜ ਕੱਲ ਦੀ ਪੀੜ੍ਹੀ ਵਾਕਈ ਜਿਹੜੇ ਸੀਗੇ ਕੇਸ ਵੀ ਘੱਟ ਰੱਖਣ ਲੱਗ ਗਈ ਔਰ ਜਿਹੜੇ ਹੈਗੇ ਆ ਬਾਕੀ ਵੀ ਜਿਹੜਾ ਹੈਗਾ ਫਰਕ ਪੈ ਗਿਆ ਔਰ ਕੁਝ ਜੇ ਸਾਡੀ ਪੀੜ੍ਹੀ ਬਾਹਰਲੇ ਮੁਲਕਾਂ ਨੂੰ ਤੁਰੀ ਜਾਂਦੀ ਹੈ। ਇਸ ਕਰਕੇ ਜਥੇਦਾਰ ਸਾਹਿਬ ਦਾ ਇੱਕ ਸੁਝਾਅ ਸੀ, ਜਥੇਦਾਰ ਸਾਹਿਬ ਦਾ ਇੱਕ ਬਿਆਨ ਅਕਾਲੀ ਦਲ ਲਈ ਹੈ, ਕਿਉਂਕਿ ਉਹਨਾਂ ਨੂੰ ਪਤਾ ਕਿ ਸਭ ਤੋਂ ਪਹਿਲਾਂ ਇਹ ਜਿਹੜੀ ਪੇਰੈਂਟਲ ਬੋਡੀ ਦੀ ਐਸਜੀਪੀਸੀ ਦੀ ਜਿਹੜੀ ਅਕਾਲੀ ਦਲ ਹੈਗਾ, ਇਹ ਸਭ ਤੋਂ ਪਹਿਲਾਂ ਇਹਨਾਂ ਦੀ ਡਿਊਟੀ ਲਾਈ ਜਾ ਸਕਦੀ ਹੈ ਔਰ ਇਹਨਾਂ ਦੀ ਲਾਉਣੀ ਹੈ ਔਰ ਕਿਸੇ ਨੂੰ ਇਹਦੇ 'ਚ ਕੋਈ ਤਕਲੀਫ ਹੋਣੀ ਨਹੀਂ ਚਾਹੀਦੀ। ਦੂਜੀ ਗੱਲ ਜਿਹੜੀ ਇਹਨਾਂ ਨੇ ਕਿਹਾ ਕਿ ਪੋਲੀਟੀਕਲ ਬਿਆਨ ਹੈ, ਮੈਨੂੰ ਇਹ ਥੋੜਾ ਜਿਹਾ, ਮੈਂ ਗਰੇਵਾਲ ਸਾਹਿਬ ਦੀ ਗੱਲ ਤੇ ਬੋਲਣਾ ਨਹੀਂ ਸੀ ਚਾਹੁੰਦਾ। ਪੋਲੀਟੀਕਲ ਬਿਆਨ ਨਹੀਂ ਹੈ, ਸਿੱਖ ਫਲਸਫੇ 'ਚ ਰਾਜਨੀਤੀ ਤੇ ਧਰਮ ਇਕੱਠਾ ਚੱਲਦਾ ਹੈ ਔਰ ਜਿੱਥੇ ਉਹ ਬੋਲ ਰਹੇ ਸੀ ਜਿਸ ਕਿਸਮ ਦਾ ਮੋਰਚਾ ਲੱਗਿਆ ਸੀ, ਅੱਜ ਡਿਸਕਸ ਕੀ ਹੋ ਰਿਹਾ, ਇੱਕ ਛੋਟਾ ਜਿਹਾ ਬਿਆਨ, ਇੱਥੇ ਡਿਸਕਸ ਇਹ ਹੋਣਾ ਚਾਹੀਦਾ ਸੀ ਕਿ ਕਿੰਨਾ ਵੱਡਾ ਮੋਰਚਾ ਲੱਗਿਆ, ਕਿੰਨੇ ਤਸੀਹੇ ਜਰੇ ਗਏ, ਕਿਸ ਕਿਸਮ ਦੀਆਂ 92 ਸੱਟਾਂ ਇੱਕ ਸਰੀਰ ਤੇ ਖਾਧੀਆਂ ਤੇ ਕਿਸੇ ਨੇ ਸੀ ਨਹੀਂ ਕੀਤੀ ਤੇ ਫਿਰ ਵੀ ਸ਼ਾਂਤਮਈ ਮੋਰਚਾ ਕਿੰਨੇ ਦਿਨ ਚੱਲ ਕੇ ਤੇ ਉਹ ਮੋਰਚਾ ਜਿੱਤਿਆ ਗਿਆ। ਡਿਸਕਸ ਤਾਂ ਹੋਣਾ ਚਾਹੀਦਾ ਸੀ, ਤਾਂ ਸਿੱਖੀ ਦਾ ਫਲਸਫਾ ਅੱਗੇ ਵੱਧ ਸਕਦਾ ਹੈ। ਪਰ ਅੱਜ ਇੱਕ ਬਿਆਨ ਨੂੰ ਲੈ ਕੇ ਸਾਰੀ ਚਰਚਾ ਹੋ ਰਹੀ ਹੈ, ਉਹਦੇ ਚ ਇਹੋ ਜਿਹੇ ਬੰਦੇ ਬਿਠਾ ਲਏ ਜਾਂਦੇ ਆ ਜਿਨ੍ਹਾਂ ਦਾ ਸਿੱਖੀ ਨਾਲ ਪਤਾ ਨਹੀਂ ਤਾਲੁਕ ਹੈਗਾ ਕਿ ਨਹੀਂ ਹੈਗਾ, ਗਾਲਾਂ ਕੱਲੇ ਅਕਾਲੀ ਦਲ ਨੂੰ ਕੱਢਣ ਲਈ ਬੈਠ ਜਾਂਦੇ ਆ। ਇਸ ਕਰਕੇ ਗੌਰਵ ਜੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਆਪਾਂ ਕੱਲਾ ਡਿਬੇਟ ਨੂੰ ਸਾਰਥਕ ਰੱਖੀਏ, ਐਵੇਂ ਨਹੀਂ ਵੀ ਇੱਕ ਧਿਰ ਨੂੰ ਨਿੰਦਣ ਲਈ ਬਿਠਾ ਲਈਏ। ਇਸ ਕਰਕੇ ਇਹ ਇੱਕ ਦੂਜਾ ਮੈਂ ਹੋਰ ਵੀ ਕਰੂੰਗਾ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਸਿੱਖ ਚਿੰਤਕ ਨੂੰ ਪੁੱਛ ਕੇ ਦੱਸ ਦਿਓ ਵੀ ਇਹ ਡਿਗਰੀ ਕਿੱਥੋਂ ਮਿਲਦੀ ਹੈ ਜੀ, ਅਸੀਂ ਵੀ ਕੋਈ ਨਾ ਕੋਈ ਬੰਦਿਆਂ ਨੂੰ ਦੋਵਾਂ ਚਾਰਾਂ ਨੂੰ ਦਵਾ ਦਈਏ। ਨਹੀਂ ਮੈਂ ਤਾਂ ਇਹ ਵੀ ਕਹਿ ਰਿਹਾ ਸਰ ਕਿ ਜਿਨ੍ਹਾਂ ਨੂੰ ਆਪਾਂ ਲਿਖਦੇ ਵੀ ਉਹਨਾਂ ਦੀਆਂ ਡਿਗਰੀਆਂ ਕਿਹੜੀਆਂ ਹੁੰਦੀਆਂ, ਕਿ ਤਾਂ ਲਾਜ਼ਮੀ ਤੌਰ ਤੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਨਾ। ਤੁਸੀਂ ਇਹਨਾਂ ਨੂੰ ਕਿਵੇਂ ਜੇ ਤੁਹਾਡੇ ਖਿਲਾਫ ਬੋਲ ਰਹੇ ਨੇ, ਤੁਹਾਡੇ ਫੇਵਰ ਚ ਬੋਲ ਰਹੇ ਹੁੰਦੇ, ਮੈਨੂੰ ਤਾਂ ਵੀ ਇਹਨਾਂ ਨੂੰ ਕਿਸ ਹੈਸੀਅਤ ਚ ਬੁਲਾਇਆ, ਤੁਹਾਡੇ ਫੇਵਰ ਚ ਬੋਲ ਰਹੇ ਹੁੰਦੇ ਤਾਂ ਵੀ ਗੱਲ ਸੀ। ਅਕਾਲੀ ਦਲ ਦੇ ਪ੍ਰਧਾਨ ਨੇ ਆਪਦੇ ਘਰੇ ਬਣਾਏ ਅਕਾਲੀ ਦਲ ਦੇ, ਫਿਰ ਤੁਸੀਂ ਲਿਖੋ ਵੀ ਇਹ ਪੋਲੀਟੀਕਲ ਪਾਰਟੀ ਦੇ ਪ੍ਰਧਾਨ ਨੇ।
ਚਲੋ ਠੀਕ ਹੈ, ਮੈਂ ਪਰਮਜੀਤ ਜੀ ਤੁਹਾਡਾ ਫਾਈਨਲ ਰਿਐਕਸ਼ਨ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਤੁਹਾਡੇ ਉੱਤੇ ਬਹੁਤ ਸਾਰੀਆਂ ਉਂਗਲਾਂ ਚੁੱਕ ਦਿੱਤੀਆਂ, ਪ੍ਰਧਾਨ ਤੁਸੀਂ ਸੁਤੰਤਰ ਅਕਾਲੀ ਦਲ ਦੇ ਹੋ, ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਸੀ। ਹਾਂਜੀ ਹਾਂਜੀ ਬਰਾੜ ਸਾਹਿਬ, ਤੁਸੀਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਭਾਈ ਮਨਜੀਤ ਸਿੰਘ ਦੇ ਪੁਰਖਿਆਂ ਨੂੰ ਪਤਾ ਹੈ, ਦੂਜੇ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਜਥੇਬੰਦੀ ਤੇ ਉਹਦੇ ਲਈ ਕੁਰਬਾਨੀਆਂ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋਈਆਂ। ਉਹ ਤੋਂ ਬਾਅਦ ਤੁਸੀਂ ਜਿਨ੍ਹਾਂ ਨੇ ਤੁਸੀਂ ਬੁਲਾਰੇ ਬਣਾਏ ਹੋ ਉਹਨਾਂ ਨੂੰ ਪੁੱਛ ਲਓ ਵੀ ਉਹਨਾਂ ਨੂੰ ਅੱਜ ਬਾਦਲ ਦਲ ਕਿਹਨੇ ਕਹਿਣ ਲਾਇਆ? ਇਹ ਅਸੀਂ ਕਹਿਣ ਲਾਇਆ? ਮੇਰਾ ਦਲ ਤਾਂ ਮੈਂ ਕਹਿੰਦਾ ਮੈਂ ਇਕੱਲੇ ਨੇ ਬਣਾ ਲਿਆ। ਤੁਸੀਂ ਮੈਨੂੰ ਕਹਿ ਰਹੇ ਹੋ ਵੋਟਾਂ ਨਹੀਂ ਪਈਆਂ, ਤੁਸੀਂ ਵੀ ਵਗ ਜਾਂਦੇ ਫਿਰ ਵਿਧਾਨ ਸਭਾ 'ਚ। ਆਪਾਂ ਨਹੀਂ ਗਏ, ਆਪਾਂ ਰਾਜਪੁਰਾ 'ਚ ਆਪਾਂ ਨਹੀਂ ਟੂਹਾ ਬਣਾ ਕੇ ਗਏ। ਇਹ ਰਾਜਨੀਤੀ ਹੈ, ਇਹ ਨਹੀਂ ਪਤਾ ਲੱਗਦਾ ਕਿਹੜਾ ਢਹਿੰਦਾ ਕਿਹੜਾ ਚੜਦਾ। ਪਰ ਮੈਂ ਤੁਹਾਨੂੰ ਸਪਸ਼ਟ ਕਰਦਾ ਕਿ ਅਕਾਲ ਤਖਤ ਦਾ ਤੁਹਾਡਾ ਬਣਾਇਆ ਜਥੇਦਾਰ ਸਾਹਿਬ ਸਤਿਕਾਰਯੋਗ, ਜੇ ਅੱਜ ਉਹ ਕਹਿ ਰਹੇ ਨੇ ਉਹ ਇਹ ਜ਼ਰੂਰ ਧਿਆਨ ਰੱਖਣਾ ਕਿ ਮਹਾਪੁਰਖ ਤਾਂ ਲਾਉਂਦੇ ਨੇ ਪਿੰਡਾਂ 'ਚ ਜਾ ਕੇ ਦੀਵਾਨ, ਸੰਗਤਾਂ ਨੂੰ ਕਹਿੰਦੇ ਨੇ ਨਸ਼ੇ ਮੇਰੇ ਕੋਲ ਸਮਾਂ ਖਤਮ ਹੋ ਰਿਹਾ। ਗੌਰਵ ਜੀ ਗੌਰਵ ਜੀ 700 ਵੋਟ ਪਈ ਹੈ, ਐਤਕੀ ਵੀ ਇਹਨਾਂ ਨੇ ਇਲੈਕਸ਼ਨ ਲੜੀ ਹੈ। ਮੈਂ ਤਾਂ ਉਂਗਲ ਠਾ ਰਿਹਾ ਕਿ ਸਿੱਖ ਚਿੰਤਕ ਕਿੱਥੋਂ ਬਣ ਗਏ? ਬਾਰ-ਬਾਰ ਇਹ ਗੱਲਾਂ ਕਰੀ ਜਾਂਦੇ ਆ, ਬਾਰ-ਬਾਰ ਇਹ ਮੰਨੀ ਜਾਂਦੇ ਆ ਕਿ ਅਸੀਂ ਇਲੈਕਸ਼ਨ ਲੜਦੇ, ਫਿਰ ਸਿੱਖ ਚਿੰਤਕ ਕਿੱਥੋਂ ਆ ਗਏ? ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਿਧੀ ਵਿਧਾਨ ਨਾਲ ਲੱਗਦੇ ਆ। ਕੋਈ ਇਹੋ ਜਿਹੇ ਏਜੰਟਾਂ ਨੂੰ ਪੁੱਛ ਕੇ ਲਾਉਣਾ, ਕੋਈ ਕਿਸੇ ਕਾਂਗਰਸ ਜਾਂ ਕਿਸੇ ਪਾਰਟੀ ਨੂੰ ਪੁੱਛ ਕੇ ਲਾਉਣਾ। ਐਸਜੀਪੀਸੀ ਕੋਲੇ ਅਧਿਕਾਰ ਹੈ ਜਥੇਦਾਰ ਸਾਹਿਬ ਨੂੰ ਲਾਉਣ ਦਾ, ਔਰ ਐਸਜੀਪੀਸੀ ਵਿਧੀ ਵਿਧਾਨ ਨਾਲ ਚੁਣ ਕੇ ਲਾਉਂਦੀ ਹੈ। ਇਸ ਕਰਕੇ ਜੇ ਇਹਨਾਂ ਨੇ ਜਥੇਦਾਰ ਸਾਹਿਬਾਨਾਂ ਤੇ ਵੀ ਉਂਗਲਾਂ ਠਾਉਣੀਆਂ, ਇਹ ਕਿੱਥੋਂ ਦੇ ਸਿੱਖ ਹੋ ਗਏ ਆ? ਜੇ ਅਕਾਲ ਤਖਤ ਸਾਹਿਬ ਤੇ ਉਂਗਲ ਠਾਉਣੀ ਹੈ, ਚਲੋ ਕੋਈ ਸਿੱਖ ਪਰਮਜੀਤ ਜੀ ਮੈਨੂੰ ਵਿਚਾਲੇ ਰੋਕਣਾ ਹੋਏਗਾ, ਬਰਾੜ ਸਾਹਿਬ ਵਿਚਾਲੇ ਰੋਕਣਾ ਹੋਏਗਾ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਉਮੀਦ ਹੈ ਤੁਹਾਡੀ ਗੱਲ ਰੱਖੀ ਗਈ ਹੋਏਗੀ, ਲੋਕਾਂ ਤੱਕ ਪਹੁੰਚੀ ਹੋਏਗੀ। ਸ਼ੁਕਰੀਆ ਸਾਰੇ ਮਹਿਮਾਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਜਥੇਦਾਰ ਸਾਹਿਬ ਦੀ ਸਟੇਟਮੈਂਟ ਦੇ ਉੱਤੇ ਅਸੀਂ ਗੱਲਬਾਤ ਕੀਤੀ ਹੈ। ਹੁਣ ਸਵਾਲ ਇਹੀ ਹੈ, ਇਸ ਚਰਚਾ ਤੋਂ ਬਾਅਦ ਜੇਕਰ ਇਸ ਪੂਰੇ ਮਾਮਲੇ ਨੂੰ ਸਮਝਿਆ ਜਾਵੇ ਤਾਂ ਅਕਾਲੀ ਦਲ ਇਸ ਸਮੇਂ ਵੈਲਕਮ ਕਰ ਰਿਹਾ, ਜੋ ਲਾਜ਼ਮੀ ਤੌਰ ਤੇ ਕਰੇਗਾ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਸਲਾਹ ਨਸੀਹਤ ਦਿੰਦੇ ਨੇ, ਚਾਹੇ ਅਕਾਲੀ ਦਲ ਨੂੰ ਦੇਣ ਜਾਂ ਫਿਰ ਕਿਸੇ ਹੋਰ ਜਥੇਬੰਦੀ ਜਾਂ ਕਿਸੇ ਨੂੰ ਵੀ ਦੇਣ, ਤਾਂ ਵੈਲਕਮ ਤਾਂ ਹੁੰਦਾ ਹੀ ਹੈ, ਤਾਂ ਕਿ ਉਸ ਰਾਹ ਦੇ ਉੱਤੇ ਵਧਣਗੇ। ਪਰ ਦੂਜੇ ਪਾਸੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ, ਉਹ ਚਾਹੇ ਪਰਮਜੀਤ ਜੀ ਚੁੱਕ ਰਹੇ ਨੇ ਜਾਂ ਫਿਰ ਕੋਈ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਚੁੱਕ ਰਹੇ ਨੇ, ਜਵਾਬ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਉਹਨਾਂ ਦੇ ਵੀ ਦੇਣੇ ਹੋਣਗੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।